BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਫੈਡਰਲ ਸਰਕਾਰ ਦੀਆਂ ਦੱਸੀਆਂ ਤਰਜੀਹਾਂ। ਕੈਲਗਰੀ ਪੁਲਿਸ ਨੇ ਇੱਕ ਡਰੱਗ ਆਪਰੇਸ਼ਨ ਦੌਰਾਨ $20 ਲੱਖ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗਬੰਦੀ ਦੀ ਮੰਗ ਨੂੰ ਕੀਤਾ ਰੱਦ, ਕਿਹਾ ਅਜਿਹਾ ਨਹੀਂ ਹੋਵੇਗਾ। ਪੋਰਟੋ ਰੀਕੋ ਵਿੱਚ ਪੁਲਿਸ ਨੇ US ਦੇ ਖੇਤਰ ਵਿੱਚ ਸਵੀਪਿੰਗ ਆਪਰੇਸ਼ਨ ਵਿੱਚ ਘੱਟੋ-ਘੱਟ 380 ਲੋਕਾਂ ਨੂੰ ਕੀਤਾ ਗ੍ਰਿਫਤਾਰ। ਹੁਣ ਖਬਰਾਂ ਵਿਸਥਾਰ ਨਾਲ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸੁਧਾਰਨ ਲਈ ਫੈਡਰਲ ਸਰਕਾਰ ਦੀਆਂ ਤਰਜੀਹਾਂ ਨੂੰ ਇੱਕ ਨਵੀਂ ਜਾਰੀ ਕੀਤੀ ਰਿਪੋਰਟ ਦੇ ਨਾਲ ਪੇਸ਼ ਕੀਤਾ। ਫੈਡਰਲ ਸਰਕਾਰ ਦੀ ਇਹ ਰਿਪੋਰਟ ਸਟੇਕ ਹੋਲਡਰਾਂ ਨਾਲ ਸਲਾਹ ਮਸ਼ਵਰੇ ਦੇ ਆਧਾਰ ਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਮੁੱਖ ਕਾਰਵਾਈਆਂ ਦੀ ਰੂਪਰੇਖਾ ਤਿਆਰ ਕਰਦੀ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਓਟਵਾ ਇਮੀਗ੍ਰੇਸ਼ਨ ਪੱਧਰਾਂ ਦੀ ਯੋਜਨਾ ਬਣਾਉਣ ਵੇਲੇ ਹਾਊਸਿੰਗ, ਸਿਹਤ ਸੰਭਾਲ, ਬੁਨਿਆਦੀ ਢਾਂਚੇ ਅਤੇ ਹੋਰ ਸੇਵਾਵਾਂ ਨੂੰ ਧਿਆਨ ਵਿੱਚ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਇਸ ਰਿਪੋਰਟ ਵਿੱਚ ਇਮੀਗ੍ਰੇਸ਼ਨ ਪ੍ਰੋਗਰਾਮਾਂ ਅਤੇ ਲੇਬਰ ਮਾਰਕੀਟ ਦੇ ਨਾਲ ਮਾਰਗਾਂ ਨੂੰ ਬਿਹਤਰ ਢੰਗ ਨਾਲ ਜੋੜਨ ਲਈ ਇੱਕ ਮੁੱਖ ਅੰਤਰਰਾਸ਼ਟਰੀ ਪ੍ਰਤਿਭਾ ਅਧਿਕਾਰੀ ਦੀ ਸਥਿਤੀ ਬਣਾਉਣ ਦਾ ਪ੍ਰਸਤਾਵ ਵੀ ਸ਼ਾਮਲ ਹੈ, ਜੋ ਕਹਿੰਦਾ ਹੈ ਕਿ ਫੈਡਰਲ ਸਰਕਾਰ ਉੱਚ ਮਿਆਰਾਂ ਵਾਲੇ ਵਿਦਿਅਕ ਅਦਾਰਿਆਂ ਲਈ ਸਟੱਡੀ ਪਰਮਿਟਾਂ ਨੂੰ ਤੇਜ਼ ਕਰਨ ਲਈ ਇੱਕ ਮਾਨਤਾ ਪ੍ਰਾਪਤ ਸੰਸਥਾਵਾਂ ਫਰੇਮਵਰਕ ਬਣਾਉਣ ਤੇ ਵਿਚਾਰ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਨਵੇਂ ਆਉਣ ਵਾਲੇ ਉੱਚ ਪੱਧਰੀ ਆਬਾਦੀ ਦੇ ਵਾਧੇ ਨੂੰ ਵਧਿਆ ਹੋਇਆ ਦਿਖਾ ਰਹੇ ਹਨ ਅਤੇ ਇਸ ਵਜ੍ਹਾ ਨਾਲ ਹਾਊਸਿੰਗ ਮਾਰਕੀਟ ਤੇ ਦਬਾਅ ਪੈ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੈਸਟਰਨ ਹੈਮਿਸਫੇਅਰ ਵਿੱਚ ਵਧੇਰੇ ਆਰਥਿਕ ਏਕੀਕਰਨ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਦਬਾਅ ਦੇ ਹਿੱਸੇ ਵਜੋਂ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿੱਚ ਹੋਣ ਦੀ ਉਮੀਦ ਹੈ। ਅਮਰੀਕੀ ਰਾਜਦੂਤ ਡੇਵਿਡ ਕੋਹੇਨ ਦਾ ਕਹਿਣਾ ਹੈ ਕਿ ਟਰੂਡੋ ਆਰਥਿਕ ਖੁਸ਼ਹਾਲੀ ਲਈ ਅਮਰੀਕਾ ਦੀ ਭਾਈਵਾਲੀ ਬਾਈਡਨ ਸਮਰਥਿਤ ਵਪਾਰਕ ਢਾਂਚੇ ਨੂੰ ਆਕਾਰ ਦੇਣ ਵਿੱਚ ਮਦਦ ਲਈ ਇਹਨਾਂ ਮੀਟਿੰਗਾਂ ਦਾ ਹਿੱਸਾ ਹੋਣਗੇ। ਇਸ ਪ੍ਰੋਜੈਕਟ ਦਾ ਉਦੇਸ਼ ਖੇਤਰ ਦੀ ਆਰਥਿਕ ਪ੍ਰਤੀਯੋਗਤਾ ਨੂੰ ਮਜ਼ਬੂਤ ਕਰਨ ਲਈ ਲਗਭਗ 1 ਦਰਜਨ ਦੇਸ਼ਾਂ ਦੁਆਰਾ ਵਧੇਰੇ ਨੌਕਰੀਆਂ ਪੈਦਾ ਕਰਨਾ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਨੂੰ ਬਹਾਲ ਕਰਨਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਜੂਨ 2022 ਵਿੱਚ ਲਾਸ ਐਂਜਲਸ ਵਿੱਚ ਅਮਰੀਕਾ ਦੇ ਸਿਖਰ ਸੰਮੇਲਨ ਵਿੱਚ ਇਸ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਕੋਹੇਨ ਦਾ ਕਹਿਣਾ ਹੈ ਕਿ ਕੈਨੇਡਾ ਉਹਨਾਂ ਕਦਰਾਂ ਕੀਮਤਾਂ ਨੂੰ ਸਾਂਝਾ ਕਰਦਾ ਹੈ ਜਿਨ੍ਹਾਂ ਖੇਤਰਾਂ ਵਿੱਚ ਅਮਰੀਕਾ ਚੈਂਪੀਅਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਮੀਟਿੰਗ ਵਿੱਚ ਕੁਝ ਚੰਗੇ ਅਤੇ ਦਿਲਚਸਪ ਐਲਾਨ ਹੋਣਗੇ। ਹਾਲਾਂਕਿ ਜਸਟਿਨ ਟਰੂਡੋ ਦੇ ਦਫ਼ਤਰ ਵੱਲੋਂ ਪ੍ਰਧਾਨ ਮੰਤਰੀ ਦੇ ਇਸ ਪ੍ਰੋਗਰਾਮ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਕੈਲਗਰੀ ਪੁਲਿਸ ਨੇ 2 ਜਾਂਚਾਂ ਤੋਂ ਬਾਅਦ $20 ਲੱਖ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕਰਨ ਤੋਂ ਬਾਅਦ 3 ਲੋਕਾਂ ਤੇ ਦੋਸ਼ ਲਗਾਏ ਹਨ। ਪੁਲਿਸ ਨੇ ਲੰਘੇ ਮੰਗਲਵਾਰ ਨੂੰ ਕਿਹਾ ਕਿ ਉੱਤਰ ਪੂਰਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਵਿਅਕਤੀ ਬਾਰੇ ਸੂਹ ਮਿਲਣ ਤੋਂ ਬਾਅਦ ਜਾਂਚ ਫਾਲ ਸੀਜ਼ਨ ਦੌਰਾਨ ਹੀ ਸ਼ੁਰੂ ਕਰ ਦਿੱਤੀ ਗਈ ਸੀ। ਜਾਂਚਕਰਤਾਵਾਂ ਨੇ ਇੱਕ ਗੁੰਮਨਾਮ ਟਿਪ ਪ੍ਰਾਪਤ ਕਰਨ ਤੋਂ ਬਾਅਦ ਇੱਕ ਟ੍ਰੈਫਿਕ ਸਟਾਪ ਸ਼ੁਰੂ ਕੀਤਾ ਜਿਸ ਨੇ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ ਅਤੇ ਇਸ ਦੌਰਾਨ ਇੱਕ ਵਿਅਕਤੀ ਨੂੰ ਫੜਿਆ ਗਿਆ ਜੋ ਨਸ਼ੇ ਦੀ ਤਸਕਰੀ ਕਰਨ ਦਾ ਦੋਸ਼ੀ ਦੱਸਿਆ ਜਾ ਰਿਹਾ ਹੈ ਅਤੇ ਇਸ ਜਾਂਚ ਵਿੱਚ 2 ਘਰਾਂ ਅਤੇ ਇੱਕ ਹੋਰ ਵਾਹਨ ਦੀ ਤਲਾਸ਼ੀ ਲਈ ਗਈ ਸੀ। ਇਸ ਸਾਰੀ ਜਾਂਚ ਦੌਰਾਨ ਪੁਲਿਸ ਨੇ 5.5 ਕਿਲੋਗ੍ਰਾਮ ਮੈਥਾਮਫੇਟਾਮਾਈਨ, 1.3 ਕਿਲੋਗ੍ਰਾਮ MDMA, 1.2 ਕਿਲੋਗ੍ਰਾਮ ਫੈਂਟਾਨਿਲ ਅਤੇ 39.8 ਗ੍ਰਾਮ ਕੋਕੇਨ ਸਮੇਤ $7,33,500 ਦੇ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ। ਪੁਲਿਸ ਨੇ ਅਗਸਤ ਵਿੱਚ ਇੱਕ ਹੋਰ ਜਾਂਚ ਸ਼ੁਰੂ ਕੀਤੀ ਜਦੋਂ ਉਹਨਾਂ ਨੇ ਕਿਹਾ ਕਿ ਇੱਕ ਵਿਅਕਤੀ ਅਧਿਕਾਰੀਆਂ ਨੂੰ ਇੱਕ ਵੈਲਿਡ ID ਦੇਣ ਵਿੱਚ ਅਸਫਲ ਰਿਹਾ। ਇੱਕ ਵਾਹਨ ਦੁਰਘਟਨਾ ਤੋਂ ਬਾਅਦ ਜਦੋਂ ਉਹ ਗੱਡੀ ਚਲਾ ਰਿਹਾ ਸੀ ਤਾਂ ਉਸ ਵਿੱਚ ਸ਼ੱਕੀ ਨਾਜਾਇਜ਼ ਨਸ਼ੀਲੇ ਪਦਾਰਥ ਮਿਲੇ ਸਨ। ਇਸ ਦੂਜੀ ਜਾਂਚ ਵਿੱਚ ਪੁਲਿਸ ਨੇ 15.3 ਕਿਲੋਗ੍ਰਾਮ ਕੋਕੇਨ ਅਤੇ 2.3 ਕਿਲੋਗ੍ਰਾਮ ਫੈਂਟਾਨਾਈਲ ਬਰਾਮਦ ਕੀਤਾ, ਜਿਸ ਦੀ ਕੀਮਤ $10 ਲੱਖ ਤੋਂ ਵੀ ਵੱਧ ਹੈ। ਓਨਟਾਰੀਓ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 30 ਜੂਨ 2024 ਤੱਕ ਆਪਣੀ ਗੈਸ ਅਤੇ ਫਿਊਲ ਟੈਕਸ ਦਰਾਂ ਵਿੱਚ ਕਟੌਤੀਆਂ ਨੂੰ ਵਧਾਏਗੀ। ਜਾਣਕਾਰੀ ਮੁਤਾਬਕ 1 ਜੁਲਾਈ 2022 ਤੋਂ ਪ੍ਰਭਾਵ ਵਿੱਚ ਇਹ ਦੂਜੀ ਵਾਰ ਹੈ ਜਦੋਂ ਪ੍ਰੀਮੀਅਰ ਡਗ ਫੋਰਡ ਦੀ ਸਰਕਾਰ ਨੇ ਕਟੌਤੀ ਨੂੰ ਵਧਾਇਆ ਹੈ। ਜੇਕਰ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਪੰਪ ਦੀਆਂ ਕੀਮਤਾਂ ਵਿੱਚ $5.07 ਪ੍ਰਤੀ ਲੀਟਰ ਦੀ ਕਟੌਤੀ ਜਾਰੀ ਰਹੇਗੀ। ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦਾ ਅੰਦਾਜ਼ਾ ਹੈ ਕਿ ਪਹਿਲੀ ਵਾਰ ਪੇਸ਼ ਕੀਤੇ ਜਾਣ ਤੋਂ ਬਾਅਦ ਇਸ ਕਟੌਤੀ ਨੇ ਔਸਤ ਘਰੇਲੂ ਖਰਚੇ 'ਚ $260 ਪ੍ਰਤੀ ਸਾਲ ਦੀ ਬਚਤ ਕੀਤੀ ਹੈ। ਡੀਜ਼ਲ ਨੂੰ ਵੀ ਗੈਸ ਟੈਕਸ ਕਟੌਤੀ ਐਕਸਟੈਂਸ਼ਨ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਨਾਲ ਉਸ ਇੰਧਨ ਦੀਆਂ ਕੀਮਤਾਂ $5.03 ਪ੍ਰਤੀ ਲੀਟਰ ਰਹਿ ਜਾਣਗੀਆਂ। ਸਰਕਾਰ ਨੇ ਕਿਹਾ ਕਿ ਟੈਕਸ ਕਟੌਤੀ ਤੋਂ ਬਿਨਾਂ ਓਨਟਾਰੀਓ ਵਿੱਚ ਗੈਸ ਅਤੇ ਡੀਜ਼ਲ ਤੇ ਟੈਕਸ ਦੀ ਦਰ $14.07 ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਟਲਾਂਟਿਕ ਕੈਨੇਡਾ ਤੋਂ ਸ਼ੁਰੂ ਹੋਣ ਵਾਲੇ ਘਰੇਲੂ ਹੀਟਿੰਗ ਆਇਲ ਤੇ ਟੈਕਸ ਤੇ 3 ਸਾਲਾਂ ਦੇ ਵਿਰਾਮ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਪ੍ਰੀਮੀਅਰ ਡਗ ਫੋਰਡ ਨੇ ਇਸ ਤੇ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਬਰਾਬਰ ਨਹੀਂ ਹੈ। ਇੱਕ ਨਵੀਂ ਸਟੱਡੀ ਤੋਂ ਪਤਾ ਲੱਗਿਆ ਹੈ ਕਿ ਓਟਵਾ ਚੂਹਿਆਂ ਲਈ ਕੈਨੇਡਾ ਦੇ ਚੋਟੀ ਦੇ 10 ਸ਼ਹਿਰਾਂ ਵਿੱਚੋਂ ਇੱਕ ਹੈ, ਜਿਸ ਵਿੱਚ ਟੋਰਾਂਟੋ ਸ਼ਹਿਰ ਲਗਾਤਾਰ ਦੂਜੇ ਸਾਲ ਵੀ ਇਹਨਾਂ ਟੌਪ ਸਿਟੀਜ਼ ਵਿੱਚੋਂ ਇੱਕ ਹੈ ਜਿੱਥੇ ਚੂਹਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਪੈਸਟ ਕੰਟਰੋਲ ਸਰਵਿਸ ਔਰਕਿਨ ਕੈਨੇਡਾ ਦੁਆਰਾ ਕਰਵਾਏ ਗਏ ਅਧਿਐਨ ਨੇ ਦੇਸ਼ ਦੇ 25 ਸ਼ਹਿਰਾਂ ਵਿੱਚੋਂ ਓਟਵਾ ਨੂੰ 8ਵੇਂ ਅਤੇ ਓਨਟਾਰੀਓ ਨੂੰ 3ਜੇ ਨੰਬਰ ਤੇ ਰੱਖਿਆ। ਇਸ ਸਾਲ ਦੀ ਸੂਚੀ ਵਿੱਚ ਆਬਾਦੀ ਵਾਲੇ ਸ਼ਹਿਰ ਟੋਰਾਂਟੋ ਅਤੇ ਵੈਨਕੂਵਰ 'ਚ ਚੂਹੇ ਦੀ ਗਿਣਤੀ ਦੀ ਦੌੜ ਵਿੱਚ ਪਹਿਲੇ ਸਥਾਨ ਲਈ ਲੜਨਾ ਜਾਰੀ ਰੱਖਿਆ ਗਿਆ। ਓਟਵਾ, ਸਕਾਰਬੋਰੋ ਅਤੇ ਮੌਂਕਟਨ ਨੇ ਇਸ ਸਾਲ ਟੌਪ 10 ਦੀ ਸੂਚੀ ਵਿੱਚ ਵਾਪਸੀ ਕੀਤੀ ਹੈ। ਔਰਕਿਨ ਕੈਨੇਡਾ ਦਾ ਕਹਿਣਾ ਹੈ ਕਿ ਇਹ ਅਧਿਐਨ 1 ਅਗਸਤ 2022 ਤੋਂ 31 ਜੁਲਾਈ 2023 ਤੱਕ ਕੰਪਨੀ ਦੁਆਰਾ ਕੀਤੇ ਗਏ ਵਪਾਰਕ ਅਤੇ ਰਿਹਾਇਸ਼ੀ ਚੂਹਿਆਂ ਅਤੇ ਚੂਹਿਆਂ ਦੇ ਇਲਾਜਾਂ ਦੀ ਗਿਣਤੀ ਤੇ ਆਧਾਰਿਤ ਸੀ। ਓਨਟਾਰੀਓ ਵਿੱਚ ਮੈਪਲ ਸਿਰਪ ਕੰਪਨੀ ਲਈ $10,000 ਦੇ ਚੈੱਕ ਦੀ ਚੋਰੀ ਦੀ ਇੱਕ ਵਿਅਕਤੀ ਨੇ ਕੰਪਲੇਂਟ ਕੀਤੀ ਹੈ, ਜਿਸ ਦਾ ਕਹਿਣਾ ਹੈ ਕਿ ਜਦੋਂ ਉਸਨੇ ਕੈਨੇਡਾ ਰੈਵਨਿਊ ਏਜੰਸੀ ਨੂੰ ਚੈੱਕ ਮੇਲ ਵਿੱਚ ਭੇਜਿਆ ਤਾਂ ਉਸਦਾ ਚੈੱਕ ਮੇਲ ਤੋਂ ਚੋਰੀ ਹੋ ਗਿਆ। ਵਿਅਕਤੀ ਦਾ ਨਾਮ ਐਂਡਰ ਹੈ, ਜਿਸ ਦਾ ਜੈਵਿਕ ਮੈਪਲ ਸਿਰਪ ਬਣਾਉਣ ਦਾ ਇੱਕ ਛੋਟਾ ਪਰਿਵਾਰਿਕ ਕਾਰੋਬਾਰ ਹੈ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਉਸਨੂੰ CRA ਨਾਲ ਆਪਣੇ ਟੈਕਸ ਬਿੱਲ ਦਾ ਨਿਪਟਾਰਾ ਕਰਨਾ ਪਿਆ ਤੇ ਇਸ ਲਈ ਉਸਨੇ ਏਜੰਸੀ ਨੂੰ $10,800 ਦਾ ਚੈੱਕ ਭੇਜਿਆ। ਐਂਡਰ ਨੇ ਕਿਹਾ ਕਿ ਮੈਨੂੰ ਅਹਿਸਾਸ ਹੋਇਆ ਕਿ ਚੈੱਕ ਨੂੰ ਕਿਸੇ ਸਮੇਂ ਮੇਲ ਵਿੱਚ ਰੋਕਿਆ ਗਿਆ ਹੋਣਾ ਅਤੇ ਬਦਲਿਆ ਗਿਆ ਸੀ ਅਤੇ ਉਸਦੇ ਚੈੱਕ ਨੂੰ ਕਿਸੇ ਹੋਰ ਖਾਤੇ ਵਿੱਚ ਜਮ੍ਹਾਂ ਕਰ ਦਿੱਤਾ ਗਿਆ ਸੀ ਅਤੇ ਜਦੋਂ ਇਹ ਸਾਰਾ ਕੁਝ ਹੋ ਚੁੱਕਿਆ ਸੀ ਉਦੋਂ ਉਸ ਸਮੇਂ ਖਾਤਾ ਬੰਦ ਕਰ ਦਿੱਤਾ ਗਿਆ ਸੀ, ਜਿਸ ਦੇ ਤਹਿਤ ਉਸਨੂੰ ਪਤਾ ਲੱਗਿਆ ਕਿ ਇਹ ਇੱਕ ਸਕੈਮ ਹੈ। ਜਾਣਕਾਰੀ ਮੁਤਾਬਕ ਇਸ ਨਵੇਂ ਘੁਟਾਲੇ ਨੂੰ ਚੈੱਕ ਵਾਸ਼ਿੰਗ ਕਿਹਾ ਜਾਂਦਾ ਹੈ, ਜਿੱਥੇ ਅਪਰਾਧੀ ਡਾਕ ਤੋਂ ਚੈੱਕ ਚੋਰੀ ਕਰਦੇ ਹਨ ਅਤੇ ਨਾਮ ਅਤੇ ਰਕਮਾਂ ਨੂੰ ਬਦਲ ਦਿੰਦੇ ਹਨ। ਐਂਡਰ ਨੂੰ ਲੱਗਿਆ ਕਿ ਉਸਦਾ ਬੈਂਕ ਫੰਡਾਂ ਦੀ ਅਦਾਇਗੀ ਕਰੇਗਾ, ਪਰ ਜਦੋਂ ਉਸਨੇ ਰਾਇਲ ਬੈਂਕ ਆਫ ਕੈਨੇਡਾ ਨਾਲ ਸੰਪਰਕ ਕੀਤਾ ਤਾਂ ਉਸਨੂੰ ਦੱਸਿਆ ਗਿਆ ਕਿ ਉਸਨੇ ਧੋਖਾਧੜੀ ਦੀ ਰਿਪੋਰਟ ਕਰਨ ਦੀ ਇੱਕ ਮਹੱਤਵਪੂਰਨ ਸਮਾਂ ਸੀਮਾ ਗੁਆ ਲਈ ਹੈ ਅਤੇ ਜਦੋਂ ਸਥਾਨਕ ਮੀਡੀਆ ਚੈਨਲ ਵੱਲੋਂ RBC ਅਤੇ ਕੈਨੇਡਾ ਪੋਸਟ ਨਾਲ ਗੱਲ ਕੀਤੀ ਗਈ ਤਾਂ ਐਂਡਰ ਨੇ ਦੱਸਿਆ ਕਿ ਰਾਇਲ ਬੈਂਕ ਆਫ ਕੈਨੇਡਾ ਨੇ ਉਸ ਤੋਂ ਮਾਫੀ ਮੰਗੀ ਅਤੇ ਸਦਭਾਵਨਾ ਦੇ ਤੌਰ ਤੇ $10,800 ਉਸਦੇ ਬੈਂਕ ਖਾਤੇ ਵਿੱਚ ਵਾਪਸ ਕਰਨ ਲਈ ਸਹਿਮਤ ਹੋ ਗਿਆ ਹੈ, ਜੋ ਉਸ ਲਈ ਬਹੁਤ ਵਧੀਆ ਖਬਰ ਸੀ। ਤੁਹਾਨੂੰ ਦੱਸ ਦਈਏ ਕਿ ਕਾਗਜ਼ੀ ਜਾਂਚਾਂ ਦੀ ਵਰਤੋਂ ਦਹਾਕਿਆਂ ਤੋਂ ਘਟ ਰਹੀ ਹੈ, ਪਰ ਚੈੱਕ ਧੋਖਾਧੜੀ ਵੱਧ ਰਹੀ ਹੈ। ਸੰਯੁਕਤ ਰਾਜ ਵਿੱਚ ਵਿੱਤੀ ਅਪਰਾਧ ਐਨਫੋਰਸਮੈਂਟ ਨੈਟਵਰਕ ਨੇ ਪਾਇਆ ਕਿ 2021 ਵਿੱਚ 350,000 ਕੇਸਾਂ ਤੋਂ 2022 ਵਿੱਚ ਚੈੱਕ ਧੋਖਾਧੜੀ ਦੇ ਕੇਸ ਲਗਭਗ ਦੁੱਗਣੇ ਹੋ ਕੇ 680,000 ਹੋ ਗਏ ਹਨ। ਇਸ ਕਰਕੇ ਹਮੇਸ਼ਾ ਆਪਣੇ ਬੈਂਕ ਖਾਤਿਆਂ ਦੀ ਨਿਗਰਾਨੀ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਆਪਣੇ ਬੈਂਕ ਨੂੰ ਰਿਪੋਰਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਗਾਜ਼ਾ ਸਿਟੀ ਦੇ ਨੇੜੇ ਇੱਕ ਸ਼ਰਨਾਰਥੀ ਕੈਂਪ ਤੇ ਲੰਘੇ ਮੰਗਲਵਾਰ ਨੂੰ ਇਜ਼ਰਾਈਲੀ ਹਵਾਈ ਹਮਲਿਆਂ ਦੀ ਇੱਕ ਭੜਕਾਹਟ ਨੇ ਅਪਾਰਟਮੈਂਟ ਦੀਆਂ ਇਮਾਰਤਾਂ ਨੂੰ ਪੱਧਰਾ ਕਰ ਦਿੱਤਾ, ਜਿੱਥੇ ਜ਼ਮੀਨੀ ਫੌਜਾਂ ਨੇ ਉੱਤਰੀ ਗਾਜ਼ਾ ਵਿੱਚ ਹਮਾਸ ਦੇ ਅੱਤਵਾਦੀਆਂ ਨਾਲ ਲੜੀਆਂ ਅਤੇ ਭੂਮੀਗਤ ਕੰਪਲੈਕਸਾਂ ਤੇ ਹਮਲਾ ਕੀਤਾ। ਹਮਾਸ ਦੁਆਰਾ ਫੜੇ ਗਏ ਇੱਕ ਬੰਦਕ ਦੀ ਪਹਿਲੀ ਸਫਲਤਾਪੂਰਵਕ ਛੁਟਕਾਰੇ ਤੋਂ ਉਤਸ਼ਾਹਿਤ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗਬੰਦੀ ਦੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਫਿਰ 7 ਅਕਤੂਬਰ ਦੇ ਖੂਨੀ ਹਮਲੇ ਤੋਂ ਬਾਅਦ ਹਮਾਸ ਦੀ ਗਾਜ਼ਾ ਤੇ ਸ਼ਾਸਨ ਕਰਨ ਜਾਂ ਇਜ਼ਰਾਈਲ ਨੂੰ ਧਮਕੀ ਦੇਣ ਦੀ ਸਮਰੱਥਾ ਨੂੰ ਕੁਚਲਣ ਦੀ ਸਹੁੰ ਖਾਧੀ, ਜਿਸ ਨੇ ਇਸ ਜੰਗ ਨੂੰ ਹੋਰ ਭੜਕਾ ਦਿੱਤਾ ਹੈ। ਜਾਣਕਾਰੀ ਮੁਤਾਬਕ ਗਾਜ਼ਾ ਦੇ ਉੱਤਰੀ ਹਿੱਸੇ ਵਿੱਚ ਕਈ ਲੱਖ ਫਲਸਤੀਨੀ ਰਹਿੰਦੇ ਹਨ, ਜਿੱਥੇ ਇਜ਼ਰਾਈਲੀ ਫੌਜਾਂ ਅਤੇ ਟੈਂਕ ਕਥਿਤ ਤੌਰ ਤੇ ਗਾਜ਼ਾ ਸ਼ਹਿਰ ਦੇ ਕਈ ਪਾਸਿਆਂ ਤੋਂ ਅੱਗੇ ਵਧੇ ਹਨ। ਹਮਾਸ ਦੁਆਰਾ ਚਲਾਏ ਗਏ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਗਾਜ਼ਾ ਸ਼ਹਿਰ ਦੇ ਬਾਹਰੀ ਹਿੱਸੇ ਤੇ ਜਬਲੀਆ ਸ਼ਰਨਾਰਥੀ ਕੈਂਪ ਵਿੱਚ ਘੱਟੋ-ਘੱਟ 6 ਹਵਾਈ ਹਮਲਿਆਂ ਨੇ ਰਿਹਾਇਸ਼ੀ ਖੇਤਰ ਵਿੱਚ ਕਈ ਅਪਾਰਟਮੈਂਟ ਬਲਾਕਾਂ ਨੂੰ ਤਬਾਹ ਕਰ ਦਿੱਤਾ ਹੈ। ਇਸ ਵਿੱਚ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਦੀ ਸੂਚਨਾ ਦਿੱਤੀ ਗਈ ਹੈ, ਪਰ ਤੁਰੰਤ ਵੇਰਵੇ ਪ੍ਰਦਾਨ ਨਹੀਂ ਕੀਤੇ ਗਏ। ਅਲ ਜਜ਼ੀਰਾ ਟੀਵੀ ਤੋਂ ਮੌਜੂਦ ਘਟਨਾ ਵਾਲੀ ਸਥਾਨ ਦੀ ਫੁਟੇਜ ਵੀ ਘੱਟੋ-ਘੱਟ 4 ਵੱਡੇ ਟੋਏ ਦਿਖਾਏ ਗਏ ਹਨ, ਜਿੱਥੇ ਇਮਾਰਤਾਂ ਇੱਕ ਵਾਰ ਖੜੀਆਂ ਸਨ ਜੋ ਹੁਣ ਅੰਸ਼ਕ ਤੌਰ ਤੇ ਢਹਿ-ਢੇਰੀ ਹੋ ਗਈ ਹਨ ਅਤੇ ਹੁਣ ਢਾਂਚਿਆਂ ਨਾਲ ਘਿਰੇ ਮਲਬੇ ਦੇ ਇੱਕ ਵੱਡੇ ਝੁੰਡ ਦੇ ਵਿਚਕਾਰ ਦਰਜਨਾਂ ਬਚਾਅ ਕਰਮੀਆਂ ਅਤੇ ਰਾਹਗੀਰਾਂ ਨੇ ਮਲਬੇ ਵਿੱਚੋਂ ਦੀ ਖੁਦਾਈ ਕੀਤੀ ਅਤੇ ਇਮਾਰਤਾਂ ਦੇ ਮਲਬੇ ਹੇਠਾਂ ਬਚੇ ਲੋਕਾਂ ਦੀ ਭਾਲ ਕੀਤੀ। ਇਸ ਦੌਰਾਨ ਦਿਖਾਇਆ ਗਿਆ ਕਿ ਨੌਜਵਾਨਾਂ ਦੇ ਇੱਕ ਸਮੂਹ ਨੇ 2 ਬੱਚਿਆਂ ਨੂੰ ਇੱਕ ਨੁਕਸਾਨੇ ਗਏ ਅਪਾਰਟਮੈਂਟ ਬਲਾਕ ਦੀਆਂ ਉੱਪਰਲੀਆਂ ਮੰਜ਼ਿਲਾਂ ਤੋਂ ਬਚਾਇਆ। ਖੇਤਰ ਦੇ ਅੱਧੇ ਤੋਂ ਵੱਧ 2.3 ਮਿਲੀਅਨ ਫਲਸਤੀਨੀ ਆਪਣੇ ਘਰ ਛੱਡ ਕੇ ਭੱਜ ਗਏ ਹਨ। ਸੈਂਕੜੇ ਹਜ਼ਾਰਾਂ ਨੇ ਸੰਯੁਕਤ ਰਾਸ਼ਟਰ ਦੁਆਰਾ ਸੰਚਾਲਿਤ ਸ਼ੈਲਟਰ ਬਣੇ ਸਕੂਲਾਂ 'ਚ ਜਾਂ ਹਜ਼ਾਰਾਂ ਜ਼ਖਮੀ ਮਰੀਜ਼ਾਂ ਦੇ ਨਾਲ-ਨਾਲ ਹਸਪਤਾਲਾਂ ਵਿੱਚ ਪਨਾਹ ਦਿੱਤੀ ਗਈ ਹੈ। ਇਜ਼ਰਾਈਲੀ ਹਮਲੇ ਹਾਲ ਹੀ ਦੇ ਦਿਨਾਂ ਵਿੱਚ ਕਈ ਉੱਤਰੀ ਹਸਪਤਾਲਾਂ ਦੇ ਨੇੜੇ ਹੋਏ ਹਨ, ਜਿਸ ਨੂੰ ਡਾਕਟਰਾਂ ਨੇ ਚਿੰਤਾਜਨਕ ਕਿਹਾ ਹੈ। ਹਜ਼ਾਰਾਂ ਲੋਕ ਭੋਜਨ ਲੈਣ ਲਈ ਹਫ਼ਤੇ ਦੇ ਅੰਤ ਵਿੱਚ ਇਸ ਦੇ ਸਹਾਇਤਾ ਗੋਦਾਮਾਂ ਵਿੱਚ ਦਾਖਲ ਹੋਏ ਕਿਉਂਕਿ ਇਜ਼ਰਾਈਲੀ ਘੇਰਾਬੰਦੀ ਕਾਰਨ ਬੁਨਿਆਦੀ ਚੀਜ਼ਾਂ ਦੀ ਸਪਲਾਈ ਘਟ ਗਈ ਹੈ।
ਪੋਰਟੋ ਰੀਕੋ ਪੁਲਿਸ ਨੇ ਹਾਲ ਹੀ ਦੇ ਸਾਲਾਂ ਵਿੱਚ ਅਪਰਾਧ ਵਿਰੋਧ ਵਿਭਾਗ ਦੀ ਸਭ ਤੋਂ ਵੱਡੀ ਕਾਰਵਾਈ ਵਿੱਚ ਲੰਘੇ ਮੰਗਲਵਾਰ ਨੂੰ ਘੱਟੋ-ਘੱਟ 380 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਐਂਟੋਨੀਓ ਲੋਪੇਜ਼ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਵਿਕਰੀ ਲਈ ਸਮਰਪਿਤ 12 ਗਰੋਹਾਂ ਨੂੰ ਉਹਨਾਂ ਵਸਨੀਕਾਂ ਤੋਂ ਸੁਝਾਅ ਪ੍ਰਾਪਤ ਕਰਨ ਤੋਂ ਬਾਅਦ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਨੇ ਆਪਣੇ ਭਾਈਚਾਰਿਆਂ ਵਿੱਚ ਹਿੰਸਾ ਦੀ ਸ਼ਿਕਾਇਤ ਕੀਤੀ ਸੀ। ਪੁਲਿਸ ਨੇ 78 ਹਥਿਆਰ, 50 ਤੋਂ ਵੱਧ ਵਾਹਨ ਅਤੇ ਲਗਭਗ $100,000 ਦੀ ਨਕਦੀ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਅਣਪਛਾਤੀਆਂ ਦਵਾਈਆਂ ਵੀ ਜ਼ਬਤ ਕੀਤੀਆਂ ਹਨ। ਪੁਲਿਸ ਕਰਨਲ ਕਾਰਲੋਸ ਕਰੂਜ਼ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਜੋੜੇ, ਪਰਿਵਾਰ ਅਤੇ ਔਰਤਾਂ ਸ਼ਾਮਲ ਹਨ ਜੋ ਵੱਖ-ਵੱਖ ਕਤਲਾਂ ਨਾਲ ਜੁੜੇ ਅਪਰਾਧਿਕ ਸੰਗਠਨਾਂ ਨੂੰ ਚਲਾਉਂਦੇ ਸਨ। ਜਾਣਕਾਰੀ ਮੁਤਾਬਕ FBI ਅਤੇ ਹੋਰ ਫੈਡਰਲ ਏਜੰਸੀਆਂ ਇਸ ਕਾਰਵਾਈ ਵਿੱਚ ਸ਼ਾਮਲ ਸਨ। ਜਾਪਾਨ ਵਿੱਚ ਪੁਲਿਸ ਨੇ ਲੰਘੇ ਮੰਗਲਵਾਰ ਨੂੰ ਇੱਕ ਡਾਕਖਾਨੇ ਵਿੱਚ ਇੱਕ ਬੰਦੂਕਧਾਰੀ ਨਾਲ 8 ਘੰਟੇ ਤੱਕ ਚੱਲੇ ਸੰਘਰਸ਼ ਨੂੰ 2 ਬੰਦਕਾਂ ਨੂੰ ਸੁਰੱਖਿਅਤ ਛਡਾਉਣ ਤੋਂ ਬਾਅਦ ਸ਼ੱਕੀ ਨੂੰ ਕਾਬੂ ਕੀਤਾ। ਇੱਕ ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ ਇੱਕ ਹਸਪਤਾਲ ਵਿੱਚ ਪਹਿਲਾਂ ਹੋਈ ਗੋਲੀਬਾਰੀ ਨਾਲ ਸੰਬੰਧਿਤ ਹੋ ਸਕਦਾ ਹੈ। ਦੱਸਿਆ ਗਿਆ ਕਿ ਸ਼ੱਕੀ ਵਿਅਕਤੀ ਟੋਕੀਓ ਦੇ ਉੱਤਰ ਵਿੱਚ ਸਥਿਤ ਵਾਰਾਬੀ ਵਿੱਚ ਬੰਦੂਕ ਲੈ ਕੇ ਪੋਸਟ ਆਫਿਸ ਵਿੱਚ ਦਾਖਲ ਹੋਇਆ ਸੀ ਜਿਸ ਨੇ ਹਸਪਤਾਲ ਵਿੱਚ ਗੋਲੀਬਾਰੀ ਕੀਤੀ ਅਤੇ ਇਸ ਦੌਰਾਨ 2 ਲੋਕ ਜ਼ਖਮੀ ਹੋ ਗਏ ਸੀ। ਪੁਲਿਸ ਨੇ ਕਿਹਾ ਕਿ ਉਹਨਾਂ ਨੇ ਬੰਦੂਕਧਾਰੀ ਨੂੰ ਉਦੋਂ ਕਾਬੂ ਕਰ ਲਿਆ ਜਦੋਂ ਉਸਨੇ ਇਮਾਰਤ ਵਿੱਚ ਧਾਵਾ ਬੋਲਿਆ ਜੋ ਕਿ ਇਮਾਰਤ ਵਿੱਚ ਰਹਿ ਰਹੇ 2 ਡਾਕ ਕਰਮਚਾਰੀਆਂ ਵਿੱਚੋਂ ਦੂਜੇ ਦੇ ਸੁਰੱਖਿਅਤ ਭੱਜਣ ਦੇ ਲਗਭਗ 1 ਘੰਟੇ ਬਾਅਦ ਹੋਇਆ। NHK ਦੀਆਂ ਰਿਪੋਰਟਾਂ ਅਨੁਸਾਰ ਦੂਸਰਾ ਬੰਦਕ ਲਗਭਗ 2 ਘੰਟੇ ਪਹਿਲਾਂ ਸੁਰੱਖਿਅਤ ਬਾਹਰ ਨਿਕਲ ਗਿਆ ਸੀ। ਪੁਲਿਸ ਨੇ ਕਿਹਾ ਕਿ ਉਹ ਹਸਪਤਾਲ ਅਤੇ ਡਾਕਖਾਨੇ ਦੇ ਹਮਲਿਆਂ ਦੀ ਇਕੱਠੇ ਜਾਂਚ ਕਰ ਰਹੇ ਹਨ ਕਿਉਂਕਿ ਇੱਕ ਸੰਭਾਵਨਾ ਦੇ ਕਾਰਨ ਇਹ ਘਟਨਾਵਾਂ ਸੰਬੰਧਿਤ ਹਨ। ਜਾਣਕਾਰੀ ਮੁਤਾਬਕ ਅਧਿਕਾਰੀ ਗੋਲੀਬਾਰੀ ਦੇ ਸਮੇਂ ਹਸਪਤਾਲ ਦੇ ਨੇੜੇ ਇੱਕ ਇਮਾਰਤ ਜੋ ਕਥਿਤ ਤੌਰ ਤੇ ਸ਼ੱਕੀ ਦਾ ਅਪਾਰਟਮੈਂਟ ਹੈ ਵਿੱਚ ਲੱਗੀ ਅੱਗ ਦੀ ਵੀ ਜਾਂਚ ਕਰ ਰਹੇ ਹਨ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।